ਮੁਹੰਮਦ ਸਾਹਿਬ ਕਹਿੰਦੇ ਨੇ ਅੱਜ ਉਸੇ ਦੀ ਪ੍ਰਵਾਨ ਹੈ ਜਿਸ ਨੇ ਕਰਜ਼ਾ ਨਾ ਦੇਣਾ। ਤੁਹਾਡੇ ਹੁਣ ਥੋੜੇ ਜਿਹਾ ਪੈਸਿਆਂ ਪਿੱਛੇ ਮੇਰੀ ਹੱਜ ਖਰਾਬ ਹੋ ਜਾਏ, ਹੈ ਲਓ ਦੱਸੋ। ਮੁਸਲਮਾਨ ਆਪਣਾ ਕਰਜ਼ਾ ਨਿਬੇੜ ਕੇ ਜਾਂਦੇ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਦਾ ਕਰਜ਼ਾ ਦੇਣਾ ਹੈ ਔਰ ਕੀ ਕਰਜ਼ਾ ਦੇਣਾ ਹੈ, ਕਿਤਨਾ ਕਰਜ਼ਾ ਦੇਣਾ ਹੈ, ਇਸ ਤਰ੍ਹਾਂ ਦੇ ਕਰਜ਼ੇ ਦੀ ਗੱਲ ਗੁਰੂ ਰਾਮਦਾਸ ਜੀ ਨਹੀਂ ਕਰ ਰਹੇ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਰਿਣ ਲੈ ਗਏ, ਰਿਣ ਕਰਜ਼ੇ ਨੂੰ ਕਹਿੰਦੇ ਨੇ ਰਿਣੀ ਆ ਮੈਂ ਤੁਹਾਡਾ ਕਰਜ਼ਾ, ਰਿਣ ਤੇ ਲੈ ਗਿਆ, ਕਰਜ਼ਾ ਤੇ ਲੈ ਗਿਆ। ਵਿਦਵਾਨਾਂ ਨੇ, ਅਨੁਭਵੀ ਪੁਰਸ਼ਾਂ ਨੇ ਹਰ ਮਨੁੱਖ ਦੇ ਉੱਤੇ 4 ਕਰਜ਼ੇ ਮੰਨੇ ਨੇ। 4 ਕਿਹੜੇ? ਪਿਤਰੀ ਰਿਣ, ਦੇਵ ਰਿਣ, ਗੁਰੂ ਰਿਣ, ਬ੍ਰਹਮ ਰਿਣ। ਇਹ 4 ਕਰਜ਼ੇ। ਪਿਤਰੀ ਰਿਣ, ਦੇਵ ਰਿਣ, ਗੁਰੂ ਰਿਣ ਔਰ ਬ੍ਰਹਮ ਰਿਣ। ਮਾਂ ਬਾਪ ਦਾ ਕਰਜ਼ਾ, ਦੇਵਤਿਆਂ ਦਾ ਕਰਜ਼ਾ, ਗੁਰੂ ਦਾ ਕਰਜ਼ਾ, ਪਰਮਾਤਮਾ ਦਾ ਕਰਜ਼ਾ। ਕਰਜ਼ਾ ਹੀ ਹੈ, ਹਰ ਬਸ਼ਰ ਕਰਜ਼ਾ ਹੀ। ਪ੍ਰਥਮ ਪਿਤਰੀ ਰਿਣ। ਸੇਵਾ ਕਮਜ਼ੋਰ ਦੀ ਕਰਨੀ ਆਉਂਦੀ ਹੈ, ਸਿਮਰਨ ਸਰਬ ਕਲਾ ਸਮਰੱਥ ਪਰਮਾਤਮਾ ਦਾ ਕਰਨਾ ਹੈ। ਸੇਵਾ ਸੰਸਾਰ ਦੀ ਕਰਨੀ ਹੈ, ਨਿਰੰਕਾਰ ਦੀ ਨਹੀਂ। ਨਿਰੰਕਾਰ ਦੀ ਸੇਵਾ ਕਰਨ ਦੀ ਲੋੜ ਨਹੀਂ। ਗੁਸਤਾਖੀ ਮਾਫ, ਨਿਰੰਕਾਰ ਤੇ ਸਾਡੀ ਸੇਵਾ ਪਿਆ ਕਰਦਾ। ਹਮੇਸ਼ਾ ਸੇਵਾ ਕਮਜ਼ੋਰ ਦੀ ਆਉਂਦੀ ਹੈ, ਤਾਕਤਵਰ ਦੀ ਗੁਲਾਮੀ ਆਉਂਦੀ ਹੈ, ਨੌਕਰੀ ਆਉਂਦੀ ਹੈ। ਸੇਵਾ ਕਮਜ਼ੋਰ ਦੀ ਆਉਂਦੀ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ। ਮਾਸੂਮ ਬੱਚਾ ਕਮਜ਼ੋਰ ਹੈ, ਨਵਾਂ ਜਨਮਿਆ, ਮਾਂ ਸੇਵਾ ਤੇ ਕਰਦੀ ਹੈ। ਉਹਨੂੰ ਰਾਜਾ ਬੇਟਾ ਆਖੀ ਜਾ ਰਹੀ, ਆਪ ਨੌਕਰਾਣੀ ਬਣੀ ਹੋਈ ਹੈ। ਉਹਦਾ ਮਲ ਮੂਤਰ ਸਾਫ਼ ਕਰਦੀ, ਉਹਦੇ ਬਸਤਰ ਧੋਂਦੀ ਹੈ, ਉਹਦੀ ਖੁਰਾਕ ਦਾ, ਖਾਣ ਪਾਣ ਦਾ ਖਿਆਲ ਰੱਖਦੀ ਹੈ। ਨੌਕਰਾਣੀ ਬਣੀ ਹੋਈ ਹੈ, ਪਿਤਾ ਨੌਕਰ ਬਣਿਆ ਹੈ। ਕਾਰਨ ਬੱਚਾ ਕਮਜ਼ੋਰ ਹੈ, ਬਹੁਤ ਕਮਜ਼ੋਰ ਹੈ। ਕਿ ਸੇਵਾ ਕਮਜ਼ੋਰ ਦੀ ਹੁੰਦੀ ਹੈ। ਮਾਂ ਬਾਪ ਸੇਵਾ ਕਰ ਰਹੇ ਨੇ, ਫਿਰ ਸਹਿਜੇ ਸਹਿਜੇ ਮਾਂ ਬਾਪ ਬੁੱਢੇ ਹੋ ਗਏ, ਕਮਜ਼ੋਰ ਹੋ ਗਏ। ਪੁੱਤਰ ਜਵਾਨ ਹੋ ਗਿਆ, ਬਲਵਾਨ ਹੋ ਗਿਆ, ਹੁਣ ਇਹ ਮਾਂ ਬਾਪ ਦੀ ਸੇਵਾ ਕਰੇ ਤਾਂ ਇਹਦਾ ਕਰਜ਼ਾ ਲਏਗਾ, ਨਹੀਂ ਤੇ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੇ ਬੇਦ, ਭੇਦ ਨਾ ਜਾਣੇ ਕਥਾ ਕਹਾਣੀ। ਭਾਈ ਸਾਹਿਬ ਭਾਈ ਗੁਰਦਾਸ ਜੀ। ਮਾਂ ਬਾਪ ਦਾ ਕਰਜ਼ਾ ਤੇ ਨਿਬੇੜਿਆ ਨਹੀਂ, ਜਾ ਰਿਹਾ ਕਥਾ ਸੁਣਨ, ਧਰਮ ਗ੍ਰੰਥਾਂ ਦੀ, ਗਿਆਨ ਦੇ ਗ੍ਰੰਥਾਂ ਦੀ। ਭਾਈ ਸਾਹਿਬ ਕਹਿੰਦੇ ਨੇ, ਕਥਾ ਇੱਕ ਕਹਾਣੀ ਦਾ ਸੁਣਨਾ ਹੋਵੇਗਾ, ਇਹਦੇ ਪੱਲੇ ਕੱਖ ਨਹੀਂ ਪੈਣਾ, ਕਰਜ਼ਾ ਹੀ ਹੈ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਤੀਰਥਾਂ ਤੇ। ਭਾਈ ਸਾਹਿਬ ਕਹਿੰਦੇ ਨੇ, ਸੈਰ ਸਪਾਟਾ ਹੋਵੇਗਾ, ਘੁੰਮਣ ਵਾਣੀ ਹੋਵੇਗੀ, ਔਰ ਕੁਛ ਵੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਦੇ ਸਿਰ ਦੇ ਉੱਤੇ ਚੁੰਨੀ ਪਾਟੀ ਹੋਈ ਹੈ, ਵਿਚਾਰੀ ਦੀ ਪੈਰਾਂ 'ਚ ਚੱਪਲ ਵੀ ਨਹੀਂ ਹੈ, ਐਨ ਤੇ ਟੁੱਟੀਆਂ ਹੋਈਆਂ। ਪਿਓ ਦੇ ਕੱਪੜੇ ਪਾਟੇ ਹੋਏ ਨੇ। ਇਹ ਮੰਦਰ ਗੁਰਦੁਆਰੇ 'ਚ ਬੜਾ ਦਾਨ ਪਿਆ ਕਰਦਾ ਹੈ। ਭਾਈ ਸਾਹਿਬ ਕਹਿੰਦੇ ਨੇ, ਦਾਨੀ ਨਹੀਂ ਹੈ, ਮਹਾਂ ਬੇਈਮਾਨ ਹੈ। ਇਹ ਬੇਈਮਾਨ, ਇਹ ਦਾਨੀ ਨਹੀਂ ਹੈ, ਇਹ ਕਰਜ਼ਾ ਹੀ ਨਹੀਂ ਚੁਕਾਇਆ ਇਸਨੇ, ਬੇਈਮਾਨ ਹੈ। ਤੇ ਜੋ ਕਰਜ਼ਾ ਨਾ ਦੇਵੇ
ਉਹਨੂੰ ਕੀ ਕਹਿੰਦੇ ਨੇ? ਬੇਈਮਾਨ। ਇਹਨੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਬੇੜੇ। ਮਾਂ ਬਾਪ ਕਮਜ਼ੋਰ ਹੋ ਗਏ ਨੇ, ਸੇਵਾ ਤੇ ਕਮਜ਼ੋਰ ਦੀ ਕਰੀ ਦੀ ਹੈ। ਸੰਸਾਰ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ, ਸੇਵਾ ਉਸ ਦੀ ਕਰਨੀ ਹੈ। ਜੋ ਮੇਰੇ ਪਿੱਛੇ ਚੱਲ ਰਿਹਾ, ਸੇਵਾ ਉਸ ਦੀ ਕਰਨੀ ਆਉਂਦੀ ਹੈ। ਬਰਾਬਰੀ ਤੇ ਆ ਜਾਏ, ਉਹਨੂੰ ਕਿਧਰੇ ਮੌਕਾ ਮਿਲਦਾ ਤੇ ਅੱਗੇ ਲੰਘੇ, ਤੇ ਅੱਗੇ ਲੰਘ ਜਾਏ, ਇਹ ਰਾਜਨੀਤਿਕ ਨਹੀਂ ਕਰ ਸਕਦਾ। ਉਹਦੇ ਜੋ ਪਿੱਛੇ ਚੱਲ ਰਿਹਾ, ਉਸ ਤੋਂ ਖਤਰਾ ਆਉਂਦਾ ਹੈ, ਕਿਧਰੇ ਬਰਾਬਰੀ ਤੇ ਨਾ ਆ ਜਾਏ। ਐਸਾ ਨਾ ਹੋਵੇ ਅੱਗੇ ਹੀ ਨਾ ਲੰਘ ਜਾਏ। ਤੋ ਜਿਹੜਾ ਪਿੱਛੇ ਆ ਰਿਹਾ ਹੁੰਦਾ, ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ, ਹੋਰ ਪਿੱਛੇ ਹੋ ਜਾਏ, ਨੇੜੇ ਨਾ ਹੋ ਜਾਏ। ਰਾਜਨੀਤੀ ਤੇ ਇਸ ਤਰ੍ਹਾਂ ਚੱਲਦਾ, ਹਕੀਕਤ ਸੱਚਾਈ ਹੈ। ਨਹੀਂ ਤੇ ਬਰਾਬਰੀ ਤੇ ਆ ਜਾਏਗਾ। ਫਿਰ ਬਰਾਬਰੀ ਤੇ ਆ ਗਏ ਤੇ ਖਤਰਾ ਵੀ ਹੋ ਸਕਦਾ, ਹੋ ਗਿਆ ਅੱਗੇ ਨਿਕਲ ਜਾਏ। ਸੇਵਾ ਧਾਰਮਿਕ ਮਨੁੱਖ ਕਰ ਸਕਦਾ ਹੈ। ਅੱਗੇ ਲੰਘਦਾ ਹੈ ਤੇ ਲੰਘ ਜਾਵੇ। ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ ਹੈ, ਔਖਾ ਕਰਦਾ ਹੈ। ਅੰਦਰ ਇਤਨੀ ਦਇਆ ਹੈ, ਮੈਂ 2 ਟਾਈਮ ਖਾ ਲੈਂਦਾ, ਇਸ ਵਿਚਾਰੇ ਨੂੰ ਕੋਲ 2 ਟਾਈਮ ਖਾਣ ਦਾ ਨਹੀਂ। ਮੈਂ ਸੁੰਦਰ ਕੱਪੜੇ ਪਹਿਨ ਲੈਂਦਾ, ਇਹਦੇ ਪਾਟੇ ਹੋਏ ਨੇ। ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ। ਸੋ ਸੰਸਾਰ ਵਿੱਚ ਹਰ ਮਨੁੱਖ ਹਰ ਗੱਲ ਵਿੱਚ ਅੱਗੇ ਨਹੀਂ ਆਉਂਦਾ। ਕੋਈ ਕਲਾ ਦੇ 'ਚ ਪਿੱਛੇ ਆਉਂਦਾ ਹੈ, ਕੋਈ ਗਿਆਨ ਦੇ 'ਚ ਪਿੱਛੇ ਆਉਂਦਾ ਹੈ, ਕੋਈ ਧਨ ਦੇ 'ਚ ਪਿੱਛੇ ਆਉਂਦਾ ਹੈ, ਕੋਈ ਪ੍ਰਭੁਤਾ ਦੇ 'ਚ ਪਿੱਛੇ ਆਉਂਦਾ ਹੈ। ਹਰ ਗੱਲ ਦੇ 'ਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ। ਜਿਸ ਜਿਸ ਗੱਲ ਦੇ 'ਚ ਉਹ ਪਿੱਛੇ ਹੈ, ਉਹਦੀ ਸੇਵਾ ਕਰਨੀ ਹੈ। ਵਿੱਚ ਦੁਨੀਆ ਸੇ ਕਮਾਈਏ, ਤਾਂ ਦਰਗੇ ਬੈਸਣ ਪਾਈਏ। ਸੇਵਾ ਦੁਨੀਆ ਦੀ ਕਰਨੀ ਹੈ, ਸਿਮਰਨ ਦਿਨ ਦਾ ਕਰਨਾ ਹੈ। ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਨਿਰੰਕਾਰ ਦਾ ਕਰਨਾ ਹੈ। ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ। ਨਿਰੰਕਾਰ ਨੂੰ ਪਾਣੀ ਪਿਲਾਓਗੇ ਜਿਹਨੇ 7 ਸਾਗਰ ਬਣਾ ਦਿੱਤੇ ਨੇ। ਨਿਰੰਕਾਰ ਨੂੰ ਭੋਜਨ ਖਿਲਾਓਗੇ ਜਿਹੜਾ ਹੈ ਹੀ ਨਿਰਾਹਾਰੀ, ਉਹਦੀ ਕੀ ਸੇਵਾ ਕਰੋਗੇ? ਉਹ ਤੇ ਸਰਬ ਸ਼ਕਤੀਮਾਨ ਹੈ, ਉਹ ਸਾਡੀ ਸੇਵਾ ਪਿਆ ਕਰਦਾ। ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ, ਉਹੀ ਦੇ ਰਿਹਾ। ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ, ਉਸੇ ਨਹੀਂ ਦਿੰਦਾ। ਪਵਨ ਬਣ ਕੇ ਸਾਨੂੰ ਜੀਵਨ ਦਿੰਦਾ, ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ, ਉਹੀ ਦੇ ਰਿਹਾ, ਉਹੀ ਦੇ ਰਿਹਾ। ਉਹ ਸਾਡੀ ਸੇਵਾ ਦੇ 'ਚ ਦਿਨ ਰਾਤ ਜੁਟਿਆ ਹੈ। ਪਰਮਾਤਮਾ ਸੇਵਾ ਨਾ ਕਰੇ ਤੇ ਅਸੀਂ ਇੱਕ ਸੈਕਿੰਡ ਵੀ ਨਹੀਂ ਹੋ ਸਕਦੇ। ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ, ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ, ਉਹ ਧਰਤੀ ਬਣ ਕੇ ਸਾਨੂੰ ਠਿਕਾਣਾ ਦੇ ਰਿਹਾ ਹੈ, ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ। ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ? ਉਹਦੇ ਸਾਹਮਣੇ ਅਸੀਂ ਕਮਜ਼ੋਰ, ਲਾਗਰਾ, ਲਾਚਾਰ। ਸਾਡੀ ਸੇਵਾ ਵਿੱਚ ਉਹ ਜੁਟਿਆ ਹੋਇਆ ਹੈ। ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ। ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ, ਸੰਬੰਧ ਜੁੜ ਜਾਏਗਾ। ਉਹ ਤੇ ਸਾਡੇ ਨਾਲ ਜੁੜਿਆ ਹੋਇਆ ਹੈ। ਕਿਉਂਕਿ ਸਾਡੀ ਸਿਮਰਤੀ ਦੇ 'ਚ ਨਹੀਂ ਹੈ, ਇਸ ਵਾਸਤੇ ਅਸੀਂ ਟੁੱਟੇ ਹੋਇਆ। ਜੋ ਭੁੱਲ ਗਿਆ ਸੰਬੰਧ ਟੁੱਟ ਗਿਆ, ਜੋ ਯਾਦ ਆ ਜਾਏ ਸੰਬੰਧ ਜੁੜ ਗਿਆ। ਸੰਬੰਧ ਯਾਦਾਂ ਦੇ ਨੇ, ਸਿਮਰਤੀ ਦੇ ਨੇ, ਚੇਤੇ ਦੇ ਨੇ। ਪਹਿਲਾ ਕਰਜ਼ਾ ਪਿਤਰੀ ਰਿਣ। ਮਾਂ ਬਾਪ ਨੇ ਸੇਵਾ ਕੀਤੀ ਸੀ, ਹੁਣ ਤੂੰ ਸੇਵਾ ਕਰ, ਇਹ ਕਰਜ਼ਾ ਉਤਰੇਗਾ। ਬੇਈਮਾਨ ਤੱਕ ਕਹਿ ਦਿੱਤਾ ਹੈ ਭਾਈ ਗੁਰਦਾਸ ਨੇ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਤੀਰਥਾਂ ਤੇ। ਭਾਈ ਸਾਹਿਬ ਕਹਿੰਦੇ ਨੇ ਸੈਰ ਸਪਾਟਾ ਹੋਵੇਗਾ, ਘੁੰਮਣ ਵਾਣੀ ਹੋਵੇਗੀ, ਔਰ ਕੁਛ ਵੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਦੇ ਸਿਰ ਦੇ ਉੱਤੇ ਚੁੰਨੀ ਪਾਟੀ ਹੋਈ ਹੈ, ਵਿਚਾਰੀ ਦੀ ਪੈਰਾਂ 'ਚ ਚੱਪਲ ਵੀ ਨਹੀਂ ਹੈ।
ਐਨ ਤੇ ਟੁੱਟੀਆਂ ਹੋਈਆਂ, ਪਿਓ ਦੇ ਕੱਪੜੇ ਪਾਟੇ ਹੋਏ ਨੇ। ਇਹ ਮੰਦਰ ਗੁਰਦੁਆਰੇ 'ਚ ਬੜਾ ਦਾਨ ਪਿਆ ਕਰਦਾ ਹੈ। ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਹੈ, ਮਹਾਂ ਬੇਈਮਾਨ ਹੈ। ਤੇ ਬੇਈਮਾਨ, ਇਹ ਦਾਨੀ ਨਹੀਂ, ਇਹ ਕਰਜ਼ਾ ਹੀ ਨਹੀਂ ਚੁਕਾਇਆ ਇਸਨੇ, ਬੇਈਮਾਨ ਹੈ। ਤੇ ਜੋ ਕਰਜ਼ਾ ਨਾ ਦੇਵੇ ਉਹਨੂੰ ਕੀ ਕਹਿੰਦੇ ਨੇ? ਬੇਈਮਾਨ। ਇਹਨੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਬੇੜੇ। ਮਾਂ ਬਾਪ ਕਮਜ਼ੋਰ ਹੋ ਗਏ ਨੇ, ਸੇਵਾ ਤੇ ਕਮਜ਼ੋਰ ਦੀ ਕਰੀ ਦੀ ਹੈ। ਸੰਸਾਰ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ, ਸੇਵਾ ਉਸ ਦੀ ਕਰਨੀ ਹੈ। ਜੋ ਮੇਰੇ ਪਿੱਛੇ ਚੱਲ ਰਿਹਾ, ਸੇਵਾ ਉਸ ਦੀ ਕਰਨੀ ਆਉਂਦੀ ਹੈ। ਬਰਾਬਰੀ ਤੇ ਆ ਜਾਏ, ਉਹਨੂੰ ਕਿਧਰੇ ਮੌਕਾ ਮਿਲਦਾ ਤੇ ਅੱਗੇ ਲੰਘੇ ਤੇ ਅੱਗੇ ਲੰਘ ਜਾਏ, ਇਹ ਰਾਜਨੀਤਿਕ ਨਹੀਂ ਕਰ ਸਕਦਾ। ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਆਉਂਦਾ ਹੈ, ਕਿਧਰੇ ਬਰਾਬਰੀ ਤੇ ਨਾ ਆ ਜਾਏ, ਐਸਾ ਨਾ ਹੋਵੇ ਅੱਗੇ ਹੀ ਨਾ ਲੰਘ ਜਾਏ। ਤੋ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ, ਹੋਰ ਪਿੱਛੇ ਹੋ ਜਾਏ, ਨੇੜੇ ਨਾ ਹੋ। ਰਾਜਨੀਤੀ ਤੇ ਇਸ ਤਰ੍ਹਾਂ ਚੱਲਦਾ, ਹਕੀਕਤ ਹੈ, ਸੱਚਾਈ ਹੈ। ਨਹੀਂ ਤੇ ਬਰਾਬਰੀ ਤੇ ਆ ਜਾਏਗਾ। ਫਿਰ ਬਰਾਬਰੀ ਤੇ ਆ ਗਏ ਤੇ ਖਤਰਾ ਵੀ ਹੋ ਸਕਦਾ, ਹੋ ਗਿਆ ਅੱਗੇ ਨਿਕਲ ਜਾਏ। ਸੇਵਾ ਧਾਰਮਿਕ ਮਨੁੱਖ ਕਰ ਸਕਦਾ ਹੈ, ਅੱਗੇ ਲੰਘਦਾ ਹੈ ਤੇ ਲੰਘ ਜਾਂਦਾ ਹੈ। ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ ਹੈ, ਔਖਾ ਕਰਦਾ ਹੈ। ਅੰਦਰ ਇਤਨੀ ਦਇਆ ਹੈ, ਮੈਂ 2 ਟਾਈਮ ਖਾ ਲੈਂਦਾ, ਇਸ ਵਿਚਾਰੇ ਨੂੰ ਕੋਲ 2 ਟਾਈਮ ਖਾਣ ਦਾ ਨਹੀਂ। ਮੈਂ ਸੁੰਦਰ ਕੱਪੜੇ ਪਹਿਨ ਲੈਂਦਾ, ਇਹਦੇ ਪਾਟੇ ਹੋਏ ਨੇ। ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ। ਤੋ ਸੰਸਾਰ ਵਿੱਚ ਹਰ ਮਨੁੱਖ ਹਰ ਗੱਲ ਵਿੱਚ ਅੱਗੇ ਨਹੀਂ ਆਉਂਦਾ। ਕੋਈ ਕਲਾ ਦੇ 'ਚ ਪਿੱਛੇ ਆਉਂਦਾ ਹੈ, ਕੋਈ ਗਿਆਨ ਦੇ 'ਚ ਪਿੱਛੇ ਆਉਂਦਾ ਹੈ, ਕੋਈ ਧਨ ਦੇ 'ਚ ਪਿੱਛੇ ਆਉਂਦਾ ਹੈ, ਕੋਈ ਪ੍ਰਭਤਾ ਦੇ 'ਚ ਪਿੱਛੇ ਆਉਂਦਾ ਹੈ। ਹਰ ਗੱਲ ਦੇ 'ਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ। ਜਿਸ ਜਿਸ ਗੱਲ ਦੇ 'ਚ ਉਹ ਪਿੱਛੇ ਹੈ, ਉਹਦੀ ਸੇਵਾ ਕਰਨੀ ਹੈ। ਵਿੱਚ ਦੁਨੀਆ ਸੇ ਕਮਾਈਏ, ਤਾਂ ਦਰਗੇ ਬੈਸਣ ਪਾਈਏ। ਸੇਵਾ ਦੁਨੀਆ ਦੀ ਕਰਨੀ ਹੈ, ਸਿਮਰਨ ਦਿਨ ਦਾ ਕਰਨਾ ਹੈ। ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਨਿਰੰਕਾਰ ਦਾ ਕਰਨਾ ਹੈ। ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ। ਨਿਰੰਕਾਰ ਨੂੰ ਪਾਣੀ ਪਿਲਾਓਗੇ ਜਿਹਨੇ 7 ਸਾਗਰ ਬਣਾ ਦਿੱਤੇ ਨੇ। ਨਿਰੰਕਾਰ ਨੂੰ ਭੋਜਨ ਖਿਲਾਓਗੇ ਜਿਹੜਾ ਹੈ ਹੀ ਨਿਰਾਹਾਰੀ, ਉਹਦੀ ਕੀ ਸੇਵਾ ਕਰੋਗੇ? ਉਹ ਤੇ ਸਰਬ ਸ਼ਕਤੀਮਾਨ ਹੈ, ਉਹ ਸਾਡੀ ਸੇਵਾ ਪਿਆ ਕਰਦਾ। ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ, ਉਹੀ ਦੇ ਰਿਹਾ। ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ, ਉਸੇ ਨਹੀਂ ਦਿੰਦਾ। ਪਵਨ ਬਣ ਕੇ ਸਾਨੂੰ ਜੀਵਨ ਦਿੰਦਾ, ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ, ਉਹੀ ਦੇ ਰਿਹਾ, ਉਹੀ ਦੇ ਰਿਹਾ। ਉਹ ਸਾਡੀ ਸੇਵਾ ਦੇ 'ਚ ਦਿਨ ਰਾਤ ਜੁਟਿਆ ਹੋਇਆ ਹੈ। ਪਰਮਾਤਮਾ ਸੇਵਾ ਨਾ ਕਰੇ ਤੇ ਅਸੀਂ ਇੱਕ ਸੈਕਿੰਡ ਵੀ ਨਹੀਂ ਹੋ ਸਕਦੇ। ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ, ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ, ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ, ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ। ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ? ਉਹਦੇ ਸਾਹਮਣੇ ਅਸੀਂ ਕਮਜ਼ੋਰ, ਲਾਗਰ, ਲਾਚਾਰ। ਸਾਡੀ ਸੇਵਾ ਦੇ 'ਚ ਉਹ ਜੁਟਿਆ ਹੋਇਆ ਹੈ, ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ। ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ, ਸੰਬੰਧ ਜੁੜ ਜਾਏਗਾ। ਉਹ ਤੇ ਸਾਡੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਸਾਡੀ ਸਿਮਰਤੀ ਦੇ 'ਚ ਨਹੀਂ ਹੈ। ਇਸ ਵਾਸਤੇ ਅਸੀਂ ਟੁੱਟੇ ਹੋਇਆ। ਜੋ ਭੁੱਲ ਗਿਆ ਸੰਬੰਧ ਟੁੱਟ ਗਿਆ, ਜੋ ਯਾਦ ਆ ਜਾਏ ਸੰਬੰਧ ਜੁੜ ਗਿਆ। ਸੰਬੰਧ ਯਾਦਾਂ ਦੇ ਨੇ, ਸਿਮਰਤੀ ਦੇ ਨੇ, ਚੇਤੇ ਦੇ ਨੇ। ਪਹਿਲਾ ਕਰਜ਼ਾ ਪਿਤਰੀ ਰਿਣ। ਮਾਂ ਬਾਪ ਨੇ ਸੇਵਾ ਕੀਤੀ ਸੀ, ਹੁਣ ਤੂੰ ਸੇਵਾ ਕਰ, ਇਹ ਕਰਜ਼ਾ ਉਤਰੇਗਾ। ਬੇਈਮਾਨ ਤੱਕ ਕਹਿ ਦਿੱਤਾ ਹੈ ਭਾਈ ਗੁਰਦਾਸ ਨੇ। ਇਹਨੇ ਸੇਵਾ ਲੈ ਤੇ ਲਈ, ਹੁਣ ਬਦਲੇ 'ਚ ਦਿੰਦਾ ਨਹੀਂ। ਜਿਵੇਂ ਕਿਸੇ ਕੋਲ ਕਰਜ਼ਾ ਲੈ ਤੇ ਲਿਆ, ਲੁਟਾਉਂਦਾ ਨਹੀਂ, ਬੇਈਮਾਨ। ਮਾਂ ਪਿਓ ਪਰ ਹਰ ਕਰੇ ਦਾਨ,
ਬੇਈਮਾਨ ਅਗਿਆਨ ਪ੍ਰਾਣੀ, ਗੁਸਤਾਖੀ ਲਈ ਬਾਰ-ਬਾਰ ਮਾਫੀ। ਇਸ ਤਰ੍ਹਾਂ ਦੇ ਬੇਈਮਾਨ ਮੈਂ ਬਹੁਤ ਦੇਖੇ ਨੇ, ਖੁਦ ਮੌਜਾਂ ਪੈ ਮਾਣਦੇ ਨੇ, ਮਾਂ ਬਾਪ ਦਾ ਕੇ ਪੈ ਹੁੰਦੇ, ਰੁਲਦੇ ਪਏ, ਪੁੱਛਦੇ ਤੱਕ ਨਹੀਂ। ਬੇਈਮਾਨ, ਬੇਈਮਾਨ ਅਗਿਆਨ ਪ੍ਰਾਣੀ, ਪਿਤਰੀ ਰਿਣ। ਦੂਸਰਾ ਦੇਵ ਰਿਣ, ਦੇਵਤਿਆਂ ਦਾ ਕਰਜ਼ਾ। ਤੇ ਦੇਵਤੇ ਕੌਣ ਨੇ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੋਹਣ। ਪੰਜਵਾਂ ਪਾਇਆ ਗ੍ਰਿਤ ਤਾਂ ਹੋਆ ਪਾਕ ਪਵਿੱਤਰ। ਇਹ ਸਾਰੇ ਦੇਵਤੇ ਨੇ ਔਰ ਪਵਿੱਤਰ ਨੇ। ਫਿਰ ਭੋਜਨ ਬਣਿਆ ਪਵਿੱਤਰ ਹੈ, ਪਰ ਪਾਪੀ ਸਿਉ ਤਨ ਗੱਡਿਆ ਤੁਕਾਂ ਪਈਆਂ ਤੇ। ਇਸ ਅਪਵਿੱਤਰ ਤਨ ਦੇ ਅੰਦਰ ਇਹ ਜਦ ਭੋਜਨ ਜੋ ਦੇਵਤਿਆਂ ਦੇ ਸੰਜੋਗ ਤੋਂ ਬਣਿਆ ਅਪਵਿੱਤਰ ਹੋ ਜਾਂਦਾ, ਦੇਖ ਕੇ ਵੀ ਘਿਰਣਾ ਪੈਦਾ ਹੁੰਦੀ ਹੈ, ਜੋ ਸਰੀਰ ਵਿੱਚ ਹੋ ਜਾਂਦਾ। ਪਾਪੀ ਸਉ ਤਨ ਗੱਡਿਆ, ਇਸ ਅਪਵਿੱਤਰ ਤਨ ਦੇ ਵਿੱਚ ਜਦ ਇਹ ਪਵਿੱਤਰ ਭੋਜਨ ਗੱਡਿਆ ਜਾਂਦਾ, ਪਾਇਆ ਜਾਂਦਾ ਮੂੰਹ ਦੇ ਰਾਹੀਂ, ਥੁੱਕਾਂ ਪਈਆਂ ਤੇ ਇਹ ਤੇ ਅਪਵਿੱਤਰ ਹੋ ਜਾਂਦਾ, ਅਪਵਿੱਤਰ ਹੋ ਜਾਂਦਾ। ਇਹ ਦੇਵਤਿਆਂ ਦਾ ਕਰਜ਼ਾ, ਇਹ ਫਿਰ ਹੁਣ ਕਿਵੇਂ ਉਤਰੇਗਾ ਇਹਨਾਂ ਦੇਵਤਿਆਂ ਦਾ ਕਰਜ਼ਾ?